ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗੁੰਮ ਹੋ ਚੁੱਕੇ ਨੇ। ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਆਪਣੇ 10 ਕਰਮਚਾਰੀਆਂ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਇੱਕ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਕਮੇਟੀ ਦੀ ਰਿਪੋਰਟ ਹਾਲੇ ਪਬਲਿਕ ਦੇ ਵਿੱਚ ਨਹੀਂ ਆਈ, ਫਿਰ ਵੀ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ, ਉਹਦੇ ਆਪਣੇ ਦਫ਼ਤਰ ਦੇ ਵਿੱਚ ਭਾਵ ਉਹਦੀ ਆਪਣੀ ਪ੍ਰਿੰਟਿੰਗ ਪ੍ਰੈਸ ਦੇ ਦੌਰਾਨ ਜਿਹੜੇ ਸਰੂਪ ਛਪਦੇ ਨੇ, ਜੇਕਰ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਥੇ ਸੁਰੱਖਿਅਤ ਹੋਣਗੇ। ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਦਿਨੀ ਮੇਰੇ ਇਸੇ ਚੈਨਲ ਦੇ ਉੱਤੇ ਅਸੀਂ ਇੱਕ ਵੀਡੀਓ ਪਾਈ ਸੀ, ਜਿਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਦੁਨੀਆ ਭਰ ਦੀਆਂ ਪਰੰਪਰਾਵਾਂ ਦੇ ਨਾਲੋਂ ਸਭ ਤੋਂ ਵੱਧ ਸਿੱਖ ਆਪਣੇ ਧਰਮ ਗ੍ਰੰਥ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਨੇ। ਇਸ ਸਤਿਕਾਰ ਦੀ ਮੁੱਖ ਵਜ੍ਹਾ ਇਹ ਹੈ ਕਿ ਬਾਕੀ ਧਰਮ ਗ੍ਰੰਥ ਸਕ੍ਰਿਪਚਰ ਦੇ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਆਪਣਾ ਜੁਗੋ ਜੁਗ ਅਟੱਲ ਗੁਰੂ ਮੰਨਦੇ ਨੇ। ਗੁਰੂ ਧਰਮ ਹੈ, ਗੁਰੂ ਅਕਾਲ ਰੂਪ ਹੈ। ਗੁਰੂ ਦੇ ਰਾਹੀਂ ਅਸੀਂ ਅਕਾਲ ਪੁਰਖ ਦੇ ਨਾਲ ਜੁੜ ਸਕਦੇ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦਾ, ਅਕਾਲ ਪੁਰਖ ਦਾ ਇੱਕ ਜੁਗੋ ਜੁਗ ਅਟੱਲ ਸੰਦੇਸ਼ ਹੈ। ਇਸੇ ਕਰਕੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਨੇ। ਮੇਰੀ ਉਸ ਵੀਡੀਓ ਨੂੰ ਸੁਣ ਕੇ ਮੇਰੇ ਇੱਕ ਸਰੋਤੇ ਨੇ ਇਹ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਬਾਰੇ ਤੁਹਾਨੂੰ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਸੱਚ ਪੁੱਛੋਂ ਇਸ ਮਸਲੇ 'ਤੇ ਗੱਲ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਜੇਕਰ ਅਸੀਂ ਗੱਲ ਕਰਦੇ ਹਾਂ, ਪਬਲਿਕ ਦੇ ਵਿੱਚ ਗੱਲ ਲੈ ਕੇ ਜਾਂਦੇ ਹਾਂ, ਤਾਂ ਇਹ ਸਾਡੇ ਲਈ ਬੜਾ ਇੱਕ ਬਦਨਾਮੀ ਵਾਲਾ ਮਸਲਾ ਬਣ ਜਾਂਦਾ। ਹੁਣ ਗੱਲ ਪਬਲਿਕ ਦੇ ਵਿੱਚ ਆ ਚੁੱਕੀ ਹੈ। ਮਸਲਾ ਕੀ ਹੈ, ਕਿਉਂ ਹੈ, ਇਸ ਗੱਲ ਤੋਂ ਵੱਧ ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿਯਮ ਸਖਤ ਕਰ ਦੇਣੇ ਚਾਹੀਦੇ ਨੇ। ਆਡੀਟਰ ਕੰਪਨੀ ਦੀਆਂ ਜਿਹੜੀਆਂ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ। ਇਹ ਸੇਵਾਵਾਂ ਆਡਿਟ ਕਰਨਾ, ਰਿਕਾਰਡ ਦੀ ਗੱਲ ਕਰਨਾ, ਰਿਕਾਰਡ 'ਚ ਹੇਰਾ ਫੇਰੀ, ਇਹ ਕਾਫੀ ਕੁਝ ਹੁਣ ਚਰਚਾ ਦੇ ਵਿੱਚ ਆਇਆ ਹੈ। ਅੱਜ ਅਸੀਂ ਗੱਲ ਇਹ ਕਰਨੀ ਚਾਹਾਂਗੇ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਕਿਉਂ ਹੋਏ ਅਤੇ ਇਹ ਸਰੂਪ ਕਿੱਥੇ ਚਲੇ ਗਏ। ਇਹ ਮਸਲਾ ਜ਼ਿਆਦਾ ਗੰਭੀਰ ਹੈ। ਇਸ ਤੋਂ ਵੀ ਵੱਧ ਗੰਭੀਰ ਮਸਲਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਕਾਰਵਾਈ ਫੇਰ ਨਾ ਹੋਵੇ, ਇਹਦੇ ਲਈ ਸਾਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ। ਜੇਕਰ ਅਸੀਂ ਦੋਸ਼ਾਂ ਦੀ ਗੱਲ ਕਰਾਂਗੇ ਤਾਂ ਦੋਸ਼ਦਾਰ ਦੋਸ਼ ਗੱਲ ਵੱਧਦੀ ਪਤਾ ਨਹੀਂ ਕਿੱਥੇ ਤੱਕ ਜਾਏਗੀ। ਇਸ ਗੱਲ ਦੀ ਪਹਿਲੀ ਗੱਲ ਤਾਂ ਪੂਰੀ ਪੜਤਾਲ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਜਿਹੜਾ ਮੁੱਖ ਮਸਲਾ ਹੈ ਜਿਸ ਦੇ ਬਾਰੇ ਮੈਂ ਗੱਲ ਕਰ ਰਿਹਾ ਸੀ ਕਿ ਸਾਨੂੰ ਇਸ ਗੱਲ ਦੇ ਬਾਰੇ ਜ਼ਿਆਦਾ ਗੰਭੀਰ ਹੋਣਾ ਚਾਹੀਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ ਜਾਂ ਅਜਿਹੀ ਘਟਨਾ ਭਵਿੱਖ ਦੇ ਵਿੱਚ ਨਾ ਵਾਪਰੇ। ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਖਿਆਲ ਰੱਖੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਨੇ ਭਾਵ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਗੁਰਦੁਆਰਾ ਗੁਰੂ ਦਾ ਘਰ ਹੈ। ਗੁਰੂ ਜੇਕਰ ਆਪਣੇ ਘਰ ਦੇ ਵਿੱਚ ਸੁਰੱਖਿਅਤ ਨਹੀਂ ਤਾਂ ਗੁਰੂ ਫਿਰ ਹੋਰ ਕਿੱਥੇ ਸੁਰੱਖਿਅਤ ਹੋਣਗੇ। ਮੈਨੂੰ ਇੱਕ
ਫਿਲਾਸਫਰ ਨੀਸ਼ਤੇ ਦੀ ਕੋਟ ਯਾਦ ਆਉਂਦੀ ਹੈ। ਨੀਸ਼ਤੇ ਨੇ ਇੱਕ ਗੱਲ ਕਹੀ ਕਿ ਰੱਬ ਮਰ ਗਿਆ, ਨਾਲ ਦੀ ਨਾਲ ਉਹਨੇ ਫਿਰ ਅੱਗੇ ਗੱਲ ਕਹੀ ਕਿ ਰੱਬ ਮਰ ਚੁੱਕਾ ਹੈ, ਰੱਬ ਨੂੰ ਕਿਸੇ ਨੇ ਨਹੀਂ ਮਾਰਿਆ, ਅਸੀਂ ਲੋਕਾਂ ਨੇ ਮਾਰਿਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡੈਥ ਆਫ ਗੋਡ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗੁੰਮ ਕਰਨ ਵਾਲੇ ਉਹ ਕੌਣ ਲੋਕ ਨੇ? ਸਿੱਖ ਲੋਕ ਨੇ। ਕਈ ਵਾਰੀ ਸਿੱਖ ਵੀ ਉਹ ਜਿਨ੍ਹਾਂ ਨੂੰ ਪੂਰੀ ਮਰਿਆਦਾ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰਤੀ ਕੀਤਾ ਜਾਂਦਾ ਹੈ। ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਇਹ ਗੱਲ ਫੇਰ ਨਾ ਵਾਪਰੇ। ਪਹਿਲੀ ਗੱਲ ਤਾਂ ਇਹਦੇ ਕਾਰਨ ਲੱਭੀਏ। ਇਹਦਾ ਮੁੱਖ ਕਾਰਨ ਇਹ ਹੈ ਕਿ ਸਿੱਖ ਸੰਸਥਾਵਾਂ ਦੇ ਵਿੱਚ ਜੋ ਲੋਕ ਭਰਤੀ ਕੀਤੇ ਜਾਂਦੇ ਨੇ ਜਾਂ ਜਿਸ ਕਿਸਮ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਹ ਗੁਰਸਿੱਖੀ ਵਾਲਾ ਪ੍ਰਚਾਰ ਨਾ ਹੋ ਕੇ ਸਾਡਾ ਜਿਹੜਾ ਪ੍ਰਚਾਰ ਹੈ ਉਹ ਕੇਵਲ ਰਸਮੀ ਰਹਿ ਗਿਆ। ਇਸੇ ਮਸਲੇ ਦੀ ਆਪਾਂ ਉਦਾਹਰਨ ਲੈ ਲਈਏ। ਮਸਲਾ ਧਰਮ ਦਾ ਹੈ, ਇਹਨੂੰ ਅਸੀਂ ਅਦਾਲਤਾਂ ਦੇ ਵਿੱਚ ਜਾਂ ਫੌਜਦਾਰੀ ਕੇਸਾਂ ਦੇ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ। ਉਂਝ ਅਸੀਂ ਨਿੱਤ ਨੇਮ ਦੀ ਅਰਦਾਸ ਦੇ ਵਿੱਚ ਗੁਰੂ ਮਹਾਰਾਜ ਅੱਗੇ ਭੁੱਲ ਬਖਸ਼ਾਉਣ ਦੀ ਗੱਲ ਕਰਦੇ ਹਾਂ। ਜੇਕਰ ਕਿਸੇ ਨੇ ਕੋਈ ਕੁਤਾਹੀ ਕਰ ਲਈ ਸੀ, ਅਵੱਗਿਆ ਕਰ ਦਿੱਤੀ ਸੀ, ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਆਪਣੀ ਭੁੱਲ ਬਖਸ਼ਾਉਂਦੇ, ਜਾਂ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਤੇ ਨੇ, ਕਿਹਦੇ ਕਹਿਣ 'ਤੇ ਦਿੱਤੇ ਨੇ, ਕਿਹਨੂੰ ਦਿੱਤੇ ਨੇ ਅਤੇ ਕਿੱਥੇ ਚਲੇ ਗਏ, ਇਹਦੇ ਬਾਰੇ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਜਿਹੜੀ ਜਾਣਕਾਰੀ ਹੈ ਉਹ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਸੀ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਨਿਯਮਾਂ ਨੂੰ ਸਖਤ ਕੀਤਾ ਜਾਵੇ, ਇਹ ਜਿੰਨੇ ਅਧਿਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਸਸਪੈਂਡ ਕੀਤੇ ਨੇ ਜਾਂ ਉਹਨਾਂ ਨੂੰ ਦੀਆਂ ਸੇਵਾਵਾਂ ਖਤਮ ਕੀਤੀਆਂ ਨੇ, ਉਹ ਇੱਕ ਲੰਮੀ ਲੜੀ ਹੈ। ਇੱਕ ਹੈਲਪਰ ਤੋਂ ਲੈ ਕੇ ਮੀਤ ਸਕੱਤਰ ਤੱਕ, ਜਾਂ ਫਿਰ ਜਿਹੜਾ ਸਭ ਤੋਂ ਪ੍ਰਮੁੱਖ ਸਕੱਤਰ, ਚੀਫ ਸਕੱਤਰ, ਪਹਿਲਾਂ ਸਕੱਤਰ ਹੁੰਦਾ ਸੀ ਕਿ ਸਕੱਤਰ ਦੇ ਨਾਲ ਗੱਲ ਨਹੀਂ ਬਣਦੀ, ਦੋ ਜਿਹੜੇ ਮੁੱਖ ਸਕੱਤਰ, ਇੱਕ ਦੀ ਸੇਵਾ ਮੁਕਤੀ ਕਰ ਦਿੱਤੀ ਗਈ ਇਸੇ ਦੇ ਦੌਰਾਨ, ਇੱਕ ਨੇ ਆਪਣਾ ਅਸਤੀਫਾ ਦੇ ਦਿੱਤਾ ਜਿਹੜਾ ਕਿ ਅਸਤੀਫਾ ਪ੍ਰਵਾਨ ਹੋ ਗਿਆ। ਹੁਣ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਗਾਇਬ ਹੋਣਾ ਸਪਸ਼ਟ ਕਾਰਨ ਹੈ ਕਿ ਗਾਇਬ ਕੀਤੇ ਗਏ ਨੇ, ਕੀਤੇ ਨਹੀਂ ਗਏ। ਇਹਦੇ ਆਪਾਂ ਪਿੱਛੇ ਜਾਈਏ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਬਲੀਕੇਸ਼ਨ ਵੱਖ-ਵੱਖ ਪਬਲਿਸ਼ਰ ਕਰਦੇ ਸੀ। ਅੰਮ੍ਰਿਤਸਰ ਦੇ ਇੱਕ ਪਬਲਿਸ਼ਰ ਨੇ ਮਰਿਆਦਾ ਦਾ ਖਿਆਲ ਨਹੀਂ ਰੱਖਿਆ। ਪਬਲਿਸ਼ਰਾਂ ਦੀ, ਪ੍ਰਕਾਸ਼ਕਾਂ ਦੀ ਆਪਸੀ ਜਿਹੜੀ ਖਿੱਚੋਤਾਣ ਹੈ, ਉਹਨਾਂ ਦੀ ਵਪਾਰਕ ਲੜਾਈ ਬਾਹਰ ਆਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾਂ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਦੇ ਵਿੱਚ ਲਿਆ। ਨਾਲ ਦੀ ਨਾਲ ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੋਂ ਜਾਣੇ ਨੇ ਤਾਂ ਇਹ ਪੂਰੀ ਮਰਿਆਦਾ ਦੇ ਨਾਲ ਜਾਣਗੇ। ਹੁਣ ਸ਼ੱਕ ਇਸ ਗੱਲ 'ਤੇ ਲੱਗਦਾ ਹੈ ਕਿ ਜਿਹੜੀ ਮਰਿਆਦਾ ਨਿਰਧਾਰਿਤ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇਸ ਮਰਿਆਦਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਖੁਦ ਉਲੰਘਣਾ ਕੀਤੀ ਹੈ। ਕਿਉਂਕਿ ਜੇਕਰ ਨਿਰਧਾਰਿਤ ਮਰਿਆਦਾ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਦੇਸ਼ ਤੋਂ ਵਿਦੇਸ਼ ਤੱਕ ਲੈ ਕੇ ਜਾਣਾ ਹੈ ਤਾਂ 5 ਪਿਆਰਿਆਂ ਦੀਆਂ ਜਾਂ 5 ਸਿੰਘਾਂ ਦੀਆਂ ਜਾਂ 5 ਟਿਕਟਾਂ ਦਾ ਇੰਤਜ਼ਾਮ ਕਰਨਾ, ਇਹਦੇ ਨਾਲੋਂ ਦੂਸਰਾ ਤਰੀਕਾ ਲੋਕ ਅਪਣਾ ਲੈਂਦੇ ਨੇ ਕਿ ਇੰਨਾ ਖਰਚਾ ਕਰਨ ਦੀ ਲੋੜ ਨਹੀਂ ਹੈ, ਭਾਵ ਮਰਿਆਦਾ ਦਾ ਉਹ ਖਿਆਲ ਨਹੀਂ ਰੱਖਦੇ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਫੈਸਲਾ ਲੈਂਦੀ, ਕਿਉਂਕਿ ਜਦੋਂ ਅਸੀਂ ਨਿਯਮ ਸਖਤ ਬਣਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਲੋਕ ਚੋਰ ਮੋਰੀਆਂ ਲੱਭਦੇ ਨੇ। ਦੂਸਰਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ। ਜਦੋਂ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਹਲਚਲ ਪੈਦਾ ਹੁੰਦੀ ਹੈ ਤਾਂ ਵੱਖ-ਵੱਖ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰਨ ਦੀ ਸੋਚਦੀਆਂ ਨੇ। ਸੋਚਣਾ ਸਾਨੂੰ ਇਹ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਰਮ ਦਾ ਪ੍ਰਚਾਰ ਕਿਵੇਂ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿਆਸਤ ਤੋਂ ਉੱਪਰ ਉੱਠ ਕੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ, ਪਸਾਰ ਦੇ ਲਈ ਅੱਗੇ ਆਵੇ। ਮੈਂ ਗੱਲ ਪ੍ਰਚਾਰ ਦੀ ਕੀਤੀ ਸੀ ਕਿ ਜੋ ਅਸੀਂ ਪ੍ਰਚਾਰ ਕਰ ਰਹੇ ਹਾਂ, ਜਦੋਂ ਤੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਕਬਜ਼ਾ ਹੋਇਆ, ਉਦੋਂ ਬਾਅਦ ਦੇ ਵਿੱਚ ਸਾਡੇ ਪ੍ਰਚਾਰ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਮਾਇਆ ਦਾ ਇੱਕ ਜਿਹੜਾ ਭਿਅੰਕਰ ਰੂਪ ਹੈ, ਪੂੰਜੀ, ਇਹਦੀ ਡੋਮੀਨੇਸ਼ਨ ਹੋ ਗਈ। ਨਾਲ ਦੀ ਨਾਲ ਇੱਕ ਦੁਨਿਆਵੀ ਜਿਹੜੀ ਰਾਜਸੀ ਤਾਕਤ ਹੈ, ਉਹ ਸਿੱਖ ਸਰਗਰਮੀਆਂ ਨੂੰ ਪ੍ਰਭਾਵਿਤ ਕਰਨ ਲੱਗੀ। ਗੁਰੂ ਮਰਿਆਦਾ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਦੇ ਮੁਤਾਬਕ ਸਭ ਤੋਂ ਵੱਡਾ ਜਿਹੜਾ ਪਾਤਸ਼ਾਹ ਹੈ ਉਹ ਅਕਾਲ ਪੁਰਖ ਹੈ। ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਅਧੀਨਗੀ ਦੀ ਬਜਾਏ ਸਿੱਖ ਜਦੋਂ ਦੁਨਿਆਵੀ ਤਾਕਤਾਂ ਦੀ ਅਧੀਨਗੀ ਦੇ ਥੱਲੇ ਆਏ, ਇਸ ਅਧੀਨਗੀ ਨੇ ਸਿੱਖ ਪ੍ਰਚਾਰ ਦੇ ਉੱਤੇ ਕਾਫੀ ਪ੍ਰਭਾਵ ਪਾਇਆ। ਜਦੋਂ ਅਸੀਂ ਪ੍ਰਚਾਰ ਦੀ ਗੱਲ ਕਰਦੇ ਹਾਂ, ਸਿੱਖੀ ਪ੍ਰਚਾਰ ਦੇ ਵਿੱਚ ਸਿੱਖ ਕਿਰਦਾਰ ਦੀ ਸਿਰਜਣਾ, ਇਹ ਮਸਲਾ ਹੁਣ ਦੂਸਰੇ ਦਰਜੇ ਦਾ ਰਹਿ ਗਿਆ। ਇਹਦੀ ਬਜਾਏ ਮਾਇਆ ਦਾ ਭਿਅੰਕਰ ਰੂਪ, ਪੂੰਜੀ ਭਾਰੂ ਹੋ ਗਈ, ਰਾਜਨੀਤੀ ਭਾਰੂ ਹੋ ਗਈ। ਇਹਦੀਆਂ ਜੜ੍ਹਾਂ ਜਦੋਂ ਅਸੀਂ 267 ਸਰੂਪਾਂ ਦੇ ਗੁੰਮ ਹੋਣ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਜੀਵਨ ਸ਼ੈਲੀ ਦੇ ਵਿੱਚ ਪਈਆਂ ਨੇ। ਸਿੱਖ ਜੀਵਨ ਸ਼ੈਲੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤ ਦੇ ਮੁਤਾਬਕ ਹੋਣੀ ਚਾਹੀਦੀ ਸੀ, ਇਹ ਪ੍ਰਭਾਵਿਤ ਹੋ ਰਹੀ ਹੈ ਮਾਇਆ ਦੇ ਭਿਅੰਕਰ ਰੂਪ ਪੂੰਜੀ ਦੇ ਉੱਤੋਂ। ਉਸ ਪੂੰਜੀਵਾਦੀ ਪ੍ਰਬੰਧ ਵੱਲੋਂ ਸਿਰਜੇ ਰਾਜਸੀ ਪ੍ਰਬੰਧ ਵੱਲੋਂ। ਇਸ ਕਰਕੇ ਸਿੱਖਾਂ ਨੂੰ ਇਸ ਸਮੇਂ ਇਹ ਸੋਚਣਾ ਪਏਗਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ, ਅਤੇ ਇਸ ਮਸਲੇ ਨੂੰ ਕੇਵਲ ਆਪਣੇ ਕਰਮਚਾਰੀਆਂ ਜਾਂ ਆਪਣੇ ਮੀਤ ਸਕੱਤਰਾਂ ਨੂੰ ਸਜ਼ਾ ਦੇ ਕੇ ਜਾਂ ਕੋਈ ਰਿਕਵਰੀ ਕਰਕੇ ਮਸਲਾ ਠੱਪ ਨਹੀਂ ਕਰ ਦੇਣਾ ਚਾਹੀਦਾ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਸ ਮਸਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਦੋਂ ਅਸੀਂ ਗੱਲ ਨੂੰ ਦਬਾਵਾਂਗੇ, ਉਹਦੀ ਤਹਿ ਤੱਕ ਨਹੀਂ ਜਾਵਾਂਗੇ, ਉਹਦੇ ਕਾਰਨ ਨਹੀਂ ਲੱਭਾਂਗੇ, ਉਦੋਂ ਤੱਕ ਅਸੀਂ ਇਸ ਮਸਲੇ ਦਾ ਇਲਾਜ ਨਹੀਂ ਕਰ ਸਕਾਂਗੇ। ਗੱਲ ਕੇਵਲ 10, 12 ਜਾਂ 15 ਕਰਮਚਾਰੀਆਂ ਦੇ ਇਸ ਸਕੈਮ ਦੇ ਵਿੱਚ ਸ਼ਾਮਲ ਹੋਣ ਦੀ ਨਹੀਂ ਹੈ। ਗੱਲ ਸਾਡੀ ਸੋਚ ਦੀ ਹੈ, ਸਾਡੀ ਸੰਸਥਾ ਦੀ ਹੈ। ਅੱਜ ਤੋਂ 100 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ। ਅੱਜ ਅਸੀਂ ਇਹਦਾ 100ਵਾਂ ਜਿਹੜਾ ਸਥਾਪਨਾ ਸਾਲ ਹੈ, ਇਸ ਸਾਲ ਦੇ ਵਿੱਚ ਇੱਦਾਂ ਦੀ ਘਟਨਾ ਜਿਹੜੀ ਕਿ ਪਹਿਲੀ ਵਾਰ ਹੋਈ ਹੈ, ਨਹੀਂ ਹੋਣੀ ਚਾਹੀਦੀ ਸੀ। ਬਹੁਤ ਨਿੰਦਣਯੋਗ ਹੈ, ਪਰੰਤੂ ਨਿੰਦਾ ਤੋਂ ਅੱਗੇ ਸਾਨੂੰ ਗੰਭੀਰਤਾ ਦੇ ਨਾਲ ਇਹ ਸੋਚਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਨਾ ਹੋਵੇ। ਵੱਖ-ਵੱਖ ਸਿਆਸੀ ਧਿਰਾਂ, ਉਹ ਭਾਵੇਂ ਕਿਸੇ ਵੀ ਰਾਜਨੀਤਿਕ ਖੇਤਰ ਦੇ ਵਿੱਚ ਉਹ ਕਿਸੇ ਵੀ ਪਾਰਟੀ ਦੇ ਲੋਕ ਹੋਣ, ਪਰੰਤੂ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਤਾਂ ਘੱਟੋ ਘੱਟ ਸਿੱਖ ਆਪਣੀ ਮਰਿਆਦਾ ਦੇ ਲਈ, ਆਪਣੇ ਮਸਲਿਆਂ ਦੇ ਲਈ ਇਕਜੁੱਟ ਹੋਣ, ਇਕੱਠੇ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸਿਆਸੀ ਦਖਲ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਇਹ ਸੰਸਥਾ ਨਿਰੋਲ ਧਰਮ ਦੇ ਲਈ ਹੋਣੀ ਚਾਹੀਦੀ ਹੈ। ਅਖੀਰ ਦੇ ਵਿੱਚ ਇੱਕ ਗੱਲ ਹੋਰ, ਕਿ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਤੋਂ ਅੰਗਰੇਜ਼ ਆਏ ਨੇ, ਜਾਂ ਜਦੋਂ ਤੋਂ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਭਾਰੂ ਹੋ ਗਈ ਕਿ ਸਾਨੂੰ ਨੌਕਰੀ ਕਰਨੀ ਚਾਹੀਦੀ ਹੈ। ਨੌਕਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਸਿਫਾਰਿਸ਼ ਦੇ ਨਾਲ ਨੌਕਰੀਆਂ ਮਿਲਣਗੀਆਂ, ਤਾਂ ਸਿਫਾਰਸ਼ੀ ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਗੰਭੀਰਤਾ ਦੇ ਨਾਲ ਨਹੀਂ ਲੈਣਗੇ। ਜਦੋਂ ਅਸੀਂ ਐਂਟਰੀ ਪੁਆਇੰਟ ਦੇ ਉੱਤੇ ਭਾਵੇਂ ਕਿਸੇ ਦੀ ਸੇਵਾਦਾਰ ਦੀ ਭਰਤੀ ਕਰਨੀ ਹੋਵੇ ਜਾਂ ਕਲਰਕ ਭਰਤੀ ਕਰਨਾ ਹੋਵੇ, ਇਹ ਮੈਰਿਟ ਦੇ ਆਧਾਰ 'ਤੇ, ਮੈਰਿਟ ਕੀ, ਧਾਰਮਿਕ ਮੈਰਿਟ, ਬਾਰ-ਬਾਰ ਸਾਨੂੰ ਸਿੱਖ ਕਿਰਦਾਰ ਦੀ ਗੱਲ ਕਰਨੀ ਚਾਹੀਦੀ ਹੈ। ਇਸ ਗੱਲ 'ਤੇ ਚੈੱਕ ਲੱਗਣਾ ਚਾਹੀਦਾ,
ਨਾ ਕਿ ਅਸੀਂ ਨਿਯਮਾਂ ਨੂੰ ਸਖਤ ਕਰ ਲਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਬਹੁਤ ਸਖਤ ਕੀਤੇ ਹੋਏ ਨੇ। ਜੇ ਨਿਯਮ ਸਖਤ ਸੀ, ਰਿਕਾਰਡ ਦੀ ਗੱਲ ਸੀ, ਤਾਂ 267 ਸਰੂਪਾਂ ਦੀ ਗੱਲ ਸਾਹਮਣੇ ਆ ਗਈ। ਨਿਯਮਾਂ ਤੋਂ ਵੱਧ ਸਾਨੂੰ ਸੈਲਫ ਭਾਵ ਸਵੈ ਜ਼ਿੰਮੇਵਾਰ ਨਾਗਰਿਕਾਂ ਵਾਲਾ, ਸਵੈ ਜ਼ਿੰਮੇਵਾਰ ਸਿੱਖਾਂ ਵਾਲਾ ਜਿਹੜਾ ਰੋਲ ਹੈ ਉਹ ਅਦਾ ਕਰਨਾ ਚਾਹੀਦਾ ਹੈ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵਿੱਚ ਕਿਸੇ ਕਿਸਮ ਦੀ ਕਰਪਸ਼ਨ ਨਹੀਂ ਹੋਣੀ ਚਾਹੀਦੀ, ਅਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੋਣਾ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਧੰਨਵਾਦ।